ਆਪ ਜੀ ਨੇ ਕਹਿਆ ਸੀ ਕਿ ਬੁੱਧੀ ਦੁਆਰਾ ਬੁੱਧੀ ਨੂੰ ਛੱਡਣਾ ਹੈ, ਗਿਆਨ ਦੁਆਰਾ ਗਿਆਨ ਨੂੰ ਛੱਡਣਾ ਹੈ, ਮਨ ਦੁਆਰਾ ਮਨ ਨੂੰ। ਇਸ ਤੇ ਪ੍ਰਕਾਸ਼ ਪਾਓ ਪਿਤਾ ਜੀ। ਕਿਸ ਪ੍ਰਕਾਰ ਇਹਨੂੰ ਕੀਤਾ ਜਾਵੇਗਾ? ਫਿਰ ਤੋਂ ਖਿਆਲ ਵਿੱਚ ਲਓ ਜੋ ਕਿਹਾ ਸੀ। ਸ਼ਬਦ ਦੁਆਰਾ ਸ਼ਬਦ ਨੂੰ ਛੱਡਣਾ ਹੈ, ਵਿਚਾਰ ਦੁਆਰਾ ਵਿਚਾਰ ਨੂੰ ਛੱਡਣਾ ਹੈ, ਬੁੱਧੀ ਦੁਆਰਾ ਬੁੱਧੀ ਨੂੰ ਛੱਡਣਾ ਹੈ, ਗਿਆਨ ਦੁਆਰਾ ਗਿਆਨ ਨੂੰ ਛੱਡਣਾ ਹੈ, ਧਿਆਨ ਦੁਆਰਾ ਧਿਆਨ ਨੂੰ ਛੱਡਣਾ ਹੈ। ਫਿਰ ਜੋ ਬਚ ਜਾਂਦਾ ਹੈ ਨਾ, ਉਹਨੂੰ ਤੁਸੀਂ ਛੱਡ ਨਹੀਂ ਸਕਦੇ। ਉਹਨੂੰ ਕਹਿ ਲਓ ਮਨ, ਉਹਨੂੰ ਕਹਿ ਲਓ ਹਾਂ, ਉਹਨੂੰ ਕਹਿ ਲਓ ਮੈਂ। ਕਿਉਂਕਿ ਉਹਨੂੰ ਵੀ ਅਗਰ ਤੁਸੀਂ ਛੱਡੋਗੇ, ਕੋਸ਼ਿਸ਼ ਕਰੋਗੇ ਛੱਡਣ ਦੀ, ਤੇ ਜਿਹੜਾ ਛੱਡਣ ਵਾਲਾ ਹੋਵੇਗਾ ਉਹ ਬਚਿਆ ਰਹੇਗਾ, ਉਹ ਪਿੱਛੇ ਹਟ ਜਾਵੇਗਾ। ਇਵੇਂ ਹੀ ਤਾਂ ਤਿਆਗੀ ਸਾਰਾ ਕੁਛ ਛੱਡ ਦਿੰਦੇ ਹਨ, ਤਿਆਗ ਦਿੰਦੇ ਹਨ। ਪਿਛਲੇ ਸਮੇਂ 'ਚ ਬਹੁਤ ਹੋਏ ਸਨ। ਉਹਨਾਂ ਨੂੰ ਉਪਦੇਸ਼ ਦਿੱਤਾ ਸੀ ਬਾਬੇ ਨਾਨਕ ਨੇ ਵੀ ਤੁਸੀਂ ਸਭ ਕੁਛ ਤੇ ਤਿਆਗ ਦਿੱਤਾ ਹੈ। ਸੰਸਾਰ ਤਿਆਗਤਾ, ਘਰ ਦੁਆਰ ਤਿਆਗਤਾ, ਪਰਿਵਾਰ ਤਿਆਗਤਾ। ਕਈਆਂ ਨੇ ਤੇ ਵਿਚਾਰ ਵੀ ਤਿਆਗ ਦਿੱਤੇ ਸਨ। ਪਰ ਵਾਸਤਵਿਕ ਦੇ ਵਿੱਚ ਜੋ ਉਹ ਤਿਆਗਣ ਵਾਲਾ ਸੀ ਨਾ, ਉਹ ਬੈਠ ਗਿਆ ਵੀ ਮੈਂ ਤਿਆਗੀ ਹਾਂ, ਦੇਖੋ ਮੇਰਾ ਤਿਆਗ। ਹੈ ਕੋਈ ਮੇਰੇ ਵਰਗਾ ਤਿਆਗੀ? ਤੋ ਤਿਆਗੀ ਵੈਰਾਗੀ ਹੋ ਕੇ ਬੈਠ ਗਏ ਸਨ। ਤੋ ਤਿਆਗ ਦੇ ਅਹੰਕਾਰ ਨੂੰ ਨਹੀਂ ਤਿਆਗ ਸਕੇ, ਕਿਉਂਕਿ ਉਹਨੂੰ ਤਿਆਗਣ ਵਾਸਤੇ ਗੁਰੂ ਦੀ ਲੋੜ ਹੈ। ਇਵੇਂ ਹੀ ਗਿਆਨ ਦਾ ਮਾਰਗ ਹੈ। ਗਿਆਨੀ ਵੀ ਸਭ ਕੁਛ ਤੇ ਤਿਆਗ ਦਿੰਦਾ ਹੈ, ਪਰ ਜੋ ਗਿਆਨ ਦਾ ਅਹੰਕਾਰ ਹੈ ਉਹ ਬਾਕੀ ਰਹਿ ਜਾਂਦਾ ਹੈ। ਮੈਂ ਜਾਣਦਾ ਹਾਂ, ਜਾਣਨ ਵਾਲਾ ਬਚ ਜਾਂਦਾ ਹੈ। ਪਰ ਸਮਝਦਾਰ ਉਹ ਹੀ ਹੈ ਜਿਹੜਾ ਇਸ ਜਾਣਕਾਰੀ ਨੂੰ ਵੀ ਛੱਡ ਦਿੰਦਾ ਹੈ ਵੀ ਮੈਂ ਕਿਵੇਂ ਜਾਣ ਸਕਦਾ, ਮੇਰੇ 'ਚ ਇੰਨੀ ਸਮਰੱਥਾ ਕਿੱਥੇ ਵੀ ਮੈਂ ਉਸ ਵਿਰਾਟ ਨੂੰ ਜਾਣ ਲਵਾਂ। ਇਹ ਬਹੁਤ ਹੀ ਮੌਲਿਕ ਅਤੇ ਪਿਆਰਾ ਉਪਦੇਸ਼ ਹੈ। ਇਸ ਸਮੇਂ ਦੇ ਆਧਾਰ 'ਤੇ ਅਗਰ ਤੁਸੀਂ ਸਮਝੋਗੇ ਨਾ, ਆਉਣ ਵਾਲੇ ਸਮੇਂ ਦੇ ਵਿੱਚ ਇਹੋ ਹੀ ਉਪਦੇਸ਼ ਜ਼ਿਆਦਾ ਲਾਭਕਾਰੀ ਹੋਵੇਗਾ, ਕਿਉਂਕਿ ਪਦਾਰਥਵਾਦੀ ਯੁੱਗ ਹੈ ਤੇ ਲੋਕ ਜੁੜ ਰਹੇ ਹਨ ਸੰਸਾਰ ਨਾਲ ਕਿਸੇ ਨਾ ਕਿਸੇ ਬਹਾਨੇ, ਤੇ ਬਹੁਤ ਜ਼ਿਆਦਾ ਜੁੜੇ ਹੋਏ ਹਨ। ਜਿਵੇਂ ਲੈ ਲਓ ਵੀ ਵਿਚਾਰ ਦੇ ਨਾਲ, ਸ਼ਬਦਾਂ ਦੇ ਨਾਲ ਬਹੁਤ ਜ਼ਿਆਦਾ ਜੁੜ ਰਹੇ ਹਨ ਲੋਕ। ਸੋਸ਼ਲ ਮੀਡੀਆ ਦੁਆਰਾ ਵੀ ਕਈ ਤੇ ਸਾਰੀ ਦਿਹਾੜੀ ਸ਼ਬਦ ਹੀ ਪੜ੍ਹਦੇ ਰਹਿੰਦੇ, ਸ਼ਬਦ ਹੀ ਸੁਣਦੇ ਰਹਿੰਦੇ, ਵਿਚਾਰਦੇ ਰਹਿੰਦੇ, ਸ਼ਬਦਾਂ ਦੇ ਜਾਲ ਦੇ ਵਿੱਚ ਪਏ ਹੋਏ ਹਨ, ਸੋਚਦੇ ਹਨ। ਕਈ ਸੰਸਾਰ ਬਾਰੇ ਸੋਚਦੇ ਹਨ, ਕੋਈ ਜੀਵਨ ਬਾਰੇ ਸੋਚਦਾ ਹੈ,
ਕਈ ਕਹਿੰਦਾ ਹੈ ਵੀ ਬੜੀ ਸਮਝ ਵੱਧਦੀ ਹੈ ਇਹਦੇ ਨਾਲ, ਸੋਚਣ ਨਾਲ ਉਹ ਸਮਝਦਾਰ ਬਣ ਜਾਂਦਾ ਹੈ। ਕਈ ਐਸੇ ਵੀ ਹਨ ਜਿਹੜੇ ਪਰਮਾਤਮਾ ਬਾਰੇ ਸੋਚਦੇ ਹਨ, ਉਹਨਾਂ ਨੂੰ ਆਪਾਂ ਧਾਰਮਿਕ ਕਹਿ ਦਿੰਦੇ ਹਾਂ, ਪਰ ਉਹ ਵੀ ਸੋਚ ਵਿਚਾਰ 'ਚ ਹੀ ਪਏ ਹੋਏ ਹਨ। ਅਤੇ ਜਿਹੜਾ ਸ਼ਬਦ ਹੈ ਨਾ, ਇਹ ਸੰਸਾਰ ਦੀ ਪੈਦਾਇਸ਼ ਹੈ, ਇਹ ਗੱਲ ਖਿਆਲ ਵਿੱਚ ਰੱਖਿਓ। ਸ਼ਬਦ ਦੁਆਰਾ ਸੰਸਾਰ ਵਿੱਚ ਆਪਾਂ ਜਾਂਦੇ ਹਾਂ, ਭਾਵੇਂ ਧਾਰਮਿਕ ਉਪਦੇਸ਼ ਵੀ ਆਪਾਂ ਪੜ੍ਹਦੇ ਹਾਂ, ਉਹ ਵੀ ਬਾਹਰ ਹੈ। ਸ਼ਬਦ ਬਾਹਰ ਲੈ ਕੇ ਜਾਂਦਾ ਆਪਾਂ ਨੂੰ, ਵਿਚਾਰ ਬਾਹਰ ਲੈ ਕੇ ਜਾਂਦੀ ਹੈ ਆਪਾਂ ਨੂੰ, ਪਰ ਸ਼ਬਦ ਬਹੁਤ ਉਪਯੋਗੀ ਹੈ ਬਾਹਰੋਂ ਹਟਾਉਣ ਵਾਸਤੇ ਵੀ। ਵਿਚਾਰ ਬਹੁਤ ਉਪਯੋਗੀ ਹੈ ਬਾਹਰਲੇ ਵਿਚਾਰ ਛੱਡਣ ਵਾਸਤੇ ਵੀ। ਇਸ ਕਰਕੇ ਵਿਚਾਰ ਦੀ ਗੱਲ ਕੀਤੀ ਜਾਂਦੀ ਹੈ, ਸ਼ਬਦ ਦੀ ਗੱਲ ਕੀਤੀ ਜਾਂਦੀ। ਹੁਣ ਤੁਸੀਂ ਇਉਂ ਸਮਝ ਲਵੋ ਵੀ ਇੱਕ ਸ਼ਬਦ 'ਤੇ ਧਿਆਨ ਕਰਕੇ ਦੂਸਰੇ ਬਾਹਰਲੇ ਸ਼ਬਦਾਂ ਨੂੰ ਛੱਡਣਾ ਹੈ। ਇਹੋ ਕਿਹਾ ਜਾਂਦਾ ਹੈ ਨਾ ਵੀ ਸ਼ਬਦ ਦੇ ਵਿੱਚ ਸੁਰਤ ਜੋੜਨੀ। ਇਹੋ ਕਹਿੰਦੇ ਹਨ ਧਾਰਮਿਕ ਲੋਕ। ਕਿਉਂ ਜੋੜਨੀ ਹੈ ਇੱਕ ਸ਼ਬਦ ਦੇ ਵਿੱਚ ਸੁਰਤ? ਤਾਂ ਕਿ ਬਾਹਰਲੇ ਦੂਸਰੇ ਸੰਸਾਰਿਕ ਸ਼ਬਦ ਛੁੱਟ ਜਾਣ। ਸ਼ਬਦ ਹੀ ਹਨ ਜੋ ਤੁਸੀਂ ਬਾਹਰ ਸੋਚ ਰਹੇ ਹੋ, ਜਾਂ ਇੱਕ ਵਿਚਾਰ ਦੁਆਰਾ ਬਾਹਰਲੇ ਵਿਚਾਰ ਛੱਡਣੇ ਹਨ। ਗੁਰਮੰਤਰ ਦੁਆਰਾ, ਗੁਰੂ ਦੇ ਉਪਦੇਸ਼ ਦੁਆਰਾ ਬਾਹਰਲੇ ਵਿਚਾਰ ਛੱਡਣੇ ਹਨ। ਗੁਰੂ ਦੇ ਵਿਚਾਰ ਦੁਆਰਾ ਸੰਸਾਰਿਕ ਵਿਚਾਰ ਛੱਡਣੇ ਹਨ ਗੁਰੂ ਦੇ ਵਿਚਾਰ ਦੁਆਰਾ, ਕਿਉਂਕਿ ਗੁਰੂ ਦਾ ਵਿਚਾਰ ਜਿਹੜਾ ਹੈ ਨਾ ਉਹ ਸੰਸਾਰਿਕ ਵਿਚਾਰਾਂ ਨੂੰ ਛੱਡਣ ਦੇ ਕੰਮ ਆਉਂਦਾ ਹੈ। ਇਹ ਗੱਲ ਖਿਆਲ ਵਿੱਚ ਰੱਖਣੀ। ਅਗਰ ਗੁਰੂ ਦੇ ਵਿਚਾਰ ਵੀ ਸੰਸਾਰ ਵੱਲ ਹੀ ਲੈ ਕੇ ਜਾ ਰਹੇ ਹਨ, ਫਿਰ ਉਹ ਗੁਰੂ ਨਹੀਂ ਹੈ। ਇੱਥੋਂ ਤੁਸੀਂ ਸਮਝ ਸਕਦੇ ਹੋ। ਅਗਰ ਗੁਰੂ ਦਾ ਉਪਦੇਸ਼ ਸੁਣ ਕੇ ਵੀ ਤੁਸੀਂ ਸੰਸਾਰ ਵੱਲ ਜਾ ਰਹੇ ਹੋ, ਫਿਰ ਤੁਹਾਨੂੰ ਉਪਦੇਸ਼ ਸੁਣਨਾ ਨਹੀਂ ਚਾਹੀਦਾ ਹੈ। ਗੁਰੂ ਦਾ ਉਪਦੇਸ਼ ਹੈ ਸੰਸਾਰ ਵੱਲੋਂ ਧਿਆਨ ਹਟਾਉਣ ਵਾਸਤੇ, ਕਿਉਂਕਿ ਝੂਠ ਵੱਲੋਂ ਧਿਆਨ ਹਟਾਉਂਦਾ ਹੈ ਗੁਰੂ ਦਾ ਉਪਦੇਸ਼। ਜਗ ਰਚਨਾ ਝੂਠ ਹੈ, ਅਤੇ ਉਹਦੇ ਉਪਦੇਸ਼ ਦੁਆਰਾ, ਉਹਦੇ ਵਿਚਾਰ ਦੁਆਰਾ ਬਾਹਰਲੇ ਵਿਚਾਰ ਛੱਡਣੇ ਹਨ। ਵਿਚਾਰ ਬਾਹਰ ਹੀ ਲੈ ਕੇ ਜਾਂਦਾ ਹੈ ਨਾ। ਫਿਰ ਜਦੋਂ ਬਾਹਰਲੇ ਵਿਚਾਰ ਛੁੱਟ ਜਾਂਦੇ ਹੈ, ਫਿਰ ਸਮਝ ਆਉਂਦੀ ਹੈ ਗੁਰੂ ਦੇ ਵਾਸਤਵਿਕ ਭਾਵ ਦੀ, ਖਿਆਲ ਵਿੱਚ ਆਉਂਦਾ ਹੈ। ਉਹਨੂੰ ਕਹਿੰਦੇ ਹਨ ਗਿਆਨ ਹੋ ਗਿਆ। ਵਿਵੇਕ ਬੁੱਧੀ ਜਾਗ ਪਈ, ਸਤਿਗੁਰੂ ਦੇ ਦੁਆਰੇ ਆ ਗਈ। ਹਾਰ ਭਰਿਓ ਸੁਆਮੀ ਕੇ ਦੁਆਰੇ, ਦੀਜੈ ਬੁੱਧ ਵਿਵੇਕਾ। ਵਿਵੇਕ ਬੁੱਧੀ ਮਿਲ ਗਈ, ਸਤਿਗੁਰੂ ਦੇ ਦੁਆਰੇ ਆ ਗਏ। ਪਰ ਉਸ ਦੁਆਰ 'ਤੇ ਫਿਰ ਉਹ ਬੁੱਧੀ ਵੀ ਛੱਡ ਦੇਣੀ ਹੈ, ਸਮਝ ਵੀ ਛੱਡਣੀ ਹੈ। ਸਮਝ ਦਾ ਕੰਮ ਇਹੋ ਹੀ ਹੈ ਵੀ ਉਹ ਦੁਆਰ ਤੱਕ ਲੈ ਕੇ ਜਾਂਦੀ, ਦਰਵਾਜ਼ੇ ਤੱਕ ਲੈ ਜਾਂਦੀ। ਤਾਂ ਉੱਥੇ ਉਸੇ ਢੰਗ ਦੇ ਨਾਲ ਹੀ ਬੁੱਧੀ ਛੱਡਣੀ ਹੈ, ਜਿਵੇਂ ਆਪਾਂ ਜੋੜੇ ਲਾ ਕੇ ਅੰਦਰ ਜਾਂਦੇ ਹਾਂ, ਅਤੇ ਬੁੱਧੀ ਬਾਹਰ ਛੱਡ ਦੇਣੀ। ਜਿਵੇਂ ਇਵੇਂ ਸਮਝ ਲਵੋ ਤੁਸੀਂ, 5 ਪਿਆਰੇ ਆਏ ਜਦੋਂ ਗਏ ਸਨ ਗੁਰੂ ਦੇ ਦੁਆਰ 'ਤੇ, ਉਦੋਂ ਘਰ ਦੁਆਰ 'ਤੇ ਛੱਡ ਕੇ ਗਏ ਸਨ, ਪਰਿਵਾਰ ਵੀ ਛੱਡ ਕੇ ਗਏ ਸਨ, ਸੰਸਾਰ ਵੀ ਛੱਡ ਕੇ ਗਏ ਸਨ। ਅਤੇ ਗੁਰੂ ਦੇ ਦੁਆਰ 'ਤੇ ਜਾ ਕੇ ਫਿਰ ਉਹਨਾਂ ਨੇ ਕੀ ਛੱਡਿਆ ਹੈ? ਜਦੋਂ ਗੁਰੂ ਨੇ ਆਵਾਜ਼ ਦਿੱਤੀ ਹੈ ਨਾ ਵੀ ਮੈਨੂੰ ਇੱਕ ਸਿਰ ਦੀ ਲੋੜ ਹੈ, ਅਤੇ ਉਦੋਂ ਉਹਨਾਂ ਨੇ ਉੱਥੇ ਸਮਝ ਨੂੰ ਛੱਡ ਦਿੱਤਾ, ਗਿਆਨ ਨੂੰ ਛੱਡ ਦਿੱਤਾ, ਅਤੇ ਗੁਰੂ ਦੇ ਦੁਆਰ 'ਤੇ ਕਬੂਲ ਹੋ ਗਏ। ਫਿਰ ਤੂੰ ਖਿਆਲ ਵਿੱਚ ਲਓ ਘਟਨਾ ਨੂੰ। ਜਦੋਂ ਗੁਰੂ ਨੇ ਆਵਾਜ਼ਾਂ ਦਿੱਤਾ ਸੀ ਵੀ ਮੈਨੂੰ ਇੱਕ ਸਿਰ ਦੀ ਲੋੜ ਹੈ, ਕੋਈ ਹੈ ਮੇਰਾ ਪਿਆਰਾ ਜਿਹੜਾ ਮੈਨੂੰ ਸਿਰ ਦੇ ਸਕੇ,
ਤੇ ਉਸ ਦੀਵਾਨ ਦੇ ਵਿੱਚ, ਉਸ ਇਕੱਠ ਦੇ ਵਿੱਚ ਬਹੁਤ ਸਮਝਦਾਰ ਲੋਕ ਵੀ ਬੈਠੇ ਸਨ, ਬਜ਼ੁਰਗ ਵੀ ਬੈਠੇ ਹੋਣਗੇ, ਸਾਰੇ ਹੀ ਸਨ, ਬਹੁਤ ਪੜ੍ਹੇ ਲਿਖੇ ਵੀ ਸਨ, ਪਰ ਉਹਨਾਂ ਦੇ ਵਿੱਚੋਂ ਕਿਸੇ ਨੇ ਵੀ ਸਿਰ ਨਹੀਂ ਦਿੱਤਾ ਹੈ, ਕਿਸੇ ਬਜ਼ੁਰਗ ਨੇ ਸਿਰ ਨਹੀਂ ਦਿੱਤਾ ਹੈ। ਦੇਖੋ ਕਮਾਲ ਦੀ ਗੱਲ, ਜਿਹੜੇ ਬਿਲਕੁਲ ਅਲੜ ਨੌਜਵਾਨ ਸਨ ਨਾ, ਉਹ ਸਿਰ ਦੇਣ ਵਾਸਤੇ ਤਿਆਰ ਹੋਏ। ਇਹ ਵੀ ਸਮਝਣ ਵਾਲੀ ਗੱਲ ਹੈ। ਫਿਰ ਇਸਤਰੀਆਂ ਵੀ ਮੌਜੂਦ ਸਨ। ਉਹਨਾਂ ਨੇ ਇਹ ਨਹੀਂ ਸੀ ਕਿਹਾ ਵੀ ਇਸਤਰੀ ਦਾ ਸਿਰ ਚਾਹੀਦਾ ਜਾਂ ਪੁਰਸ਼ ਦਾ ਚਾਹੀਦਾ ਜਾਂ ਬਜ਼ੁਰਗ ਦਾ ਚਾਹੀਦਾ ਜਾਂ ਜਵਾਨ ਦਾ ਚਾਹੀਦਾ। ਉਹਨਾਂ ਨੇ ਸਿਰਫ ਇੱਕ ਸਿਰ ਦੀ ਮੰਗ ਕੀਤੀ ਸੀ, ਵਾਰੀ ਵਾਰੀ। ਪਰ ਕੋਈ ਇਸਤਰੀ ਵੀ ਨਹੀਂ ਉੱਠੀ। ਚਲੋ ਮਾਈਆਂ ਨੂੰ ਤਾਂ ਆਪਾਂ ਮਾਫ਼ ਕਰ ਸਕਦੇ ਹਾਂ, ਕਿਉਂਕਿ ਇਸਤਰੀ ਦੇ ਵਿੱਚ ਇੰਨਾ ਸਾਹਸ ਨਹੀਂ ਹੁੰਦਾ ਹੈ, ਹਿੰਮਤ ਨਹੀਂ ਹੁੰਦੀ, ਨਾਲੇ ਮੋਹ ਮਮਤਾ ਜ਼ਿਆਦਾ ਹੀ ਹੁੰਦੀ ਹੈ ਇਸਤਰੀ ਨੂੰ, ਅਤੇ ਸੋਚ ਲੈਂਦੀ ਹੈ ਪਰਿਵਾਰ ਦਾ ਕੀ ਹੋਊ, ਬੱਚਿਆਂ ਦਾ ਕੀ ਹੋਊ, ਘਰ ਦਾ ਕੀ ਹੋਊ। ਪਰ ਉਸ ਸਭਾ ਦੇ ਵਿੱਚ ਬਜ਼ੁਰਗ ਵੀ ਸਨ, ਬਹੁਤ ਵਿਦਵਾਨ ਵੀ ਸਨ, ਉਹਨਾਂ ਨੇ ਸਿਰ ਨਹੀਂ ਦਿੱਤਾ ਹੈ। ਜਿਹੜੇ ਸਮਝ ਤਿਆਗਣ ਨੂੰ ਤਿਆਰ ਹੋਏ ਨਾ, ਉਹਨਾਂ ਨੇ ਸਿਰ ਦਿੱਤਾ, ਕਿਉਂਕਿ ਉਹ ਜੋ ਕੰਮ ਕਰ ਰਹੇ ਸਨ ਨਾ, ਉਹ ਸਮਝਦਾਰ ਕਰ ਹੀ ਨਹੀਂ ਸਕਦਾ। ਪ੍ਰੇਮ ਦਾ ਖੇਲ ਸਮਝਦਾਰ ਖੇਲ ਹੀ ਨਹੀਂ ਸਕਦਾ ਹੈ। ਪ੍ਰੇਮ ਦੇ ਵਿੱਚ ਸਮਝ ਅੜਿੱਕਾ ਹੈ। ਹੁਣ ਜਿਹੜਾ ਸਮਝਦਾਰ ਹੈ, ਉਹਦੇ ਮਨ 'ਚ ਤਰਕ ਉਸੇ ਵੇਲੇ ਹੀ ਆਊਗਾ ਵੀ ਕਿਉਂ ਸਿਰ ਦੇਣਾ ਹੈ ਬਿਨਾਂ ਕਿਸੇ ਕਾਰਨ। ਫਿਰ ਗੁਰੂ ਤਲਵਾਰ ਲੈ ਕੇ ਖੜਾ ਹੈ ਤੋ ਸਿਰ ਲਵੇਗਾ, ਤੇ ਕਿਉਂ ਦੇਣਾ ਹੈ? ਕਿਸੇ ਦੇ ਸਨਮੁਖ, ਕਿਸੇ ਦੇ ਸਾਹਮਣੇ ਮਰਨ ਨੂੰ ਤਿਆਰ ਹੋ ਜਾਣਾ, ਇਹ ਤਾਂ ਬੇਸਮਝੀ ਹੈ। ਸਮਝਦਾਰ ਵਾਸਤਵਿਕ ਦੇ ਵਿੱਚ ਆਸ਼ਕਾਂ ਨੂੰ, ਪ੍ਰੇਮੀਆਂ ਨੂੰ, ਪਿਆਰਿਆਂ ਨੂੰ ਬੇਸਮਝ ਸਮਝਦੇ ਰਹੇ ਹਨ। ਅਤੇ ਜਦੋਂ ਉਹ ਪਿਆਰੇ ਉੱਠੇ ਸਨ ਨਾ, ਉਦੋਂ ਬਹੁਤੇ ਹੱਸੇ ਹੋਣਗੇ ਉਹਨਾਂ ਦੀ ਬੁੱਧੀ 'ਤੇ। ਖਿਆਲ ਵਿੱਚ ਰੱਖਣੀ ਹੈ ਗੱਲ, ਇਹ ਗੱਲ ਕੋਈ ਦੱਸਦਾ ਨਹੀਂ। ਕਈਆਂ ਨੇ ਤਾਂ ਕਿਹਾ ਹੋਣਾ ਬੇਸਮਝ ਵੀ ਕੰਮ ਕੀ ਕਰ ਰਹੇ ਹਨ। ਪ੍ਰੇਮੀਆਂ ਨੂੰ ਕਹਿੰਦੇ ਹੀ ਹਨ ਵੀ ਕਿਸੇ ਪਿੱਛੇ ਤੁਸੀਂ ਮਰ ਰਹੇ ਹੋ, ਮਰ ਕਿਉਂ ਰਹੇ ਹੋ? ਜੀਓ, ਐਸ਼ ਕਰੋ ਸੰਸਾਰ ਦੇ ਵਿੱਚ, ਮਰਨ ਨੂੰ ਜੀਵਨ ਥੋੜ੍ਹੀ ਮਿਲਿਆ। ਪਰ ਜਿੰਨਾ ਪ੍ਰੇਮ ਦੇ ਵਿੱਚ ਮਰਨ ਦਾ ਆਨੰਦ ਹੈ ਨਾ, ਉਹਨਾਂ ਸੰਸਾਰ ਦੇ ਵਿੱਚ ਕਰੋੜਾਂ ਸਾਲ ਰਹਿ ਕੇ ਸੁੱਖ ਭੋਗਣ ਦਾ ਵੀ ਨਹੀਂ ਹੈ। ਖਿਆਲ ਵਿੱਚ ਰੱਖਣਾ ਹੈ। ਇੱਕ ਛਿਨ ਦੇ ਵਿੱਚ ਮਰਨ ਦਾ ਆਨੰਦ ਜਿੰਨਾ ਹੈ, ਤੋ ਤੇ ਉਹਨਾਂ ਨੂੰ ਪਤਾ ਹੈ ਨਾ, ਪਰਵਾਨਿਆਂ ਨੂੰ, ਦੀਵਾਨਿਆਂ ਨੂੰ, ਜਿਹੜੇ ਮਰਨ ਵਾਸਤੇ ਜਾਂਦੇ, ਛਮਾ ਵੱਲ ਨੂੰ ਨੱਠੇ ਜਾਂਦੇ ਹਨ। ਉਹਨਾਂ ਨੂੰ ਕਹੋ ਮੂਰਖੋ ਕਿਉਂ ਜਾ ਰਹੇ ਹੋ? ਮਰਨ ਵਾਸਤੇ, ਸੜਨ ਵਾਸਤੇ ਕੀ ਮਿਲੂਗਾ? ਪਰ ਜੋ ਉਹਨਾਂ ਨੂੰ ਮਿਲਦਾ ਹੈ ਨਾ, ਉਹਦੇ ਬਾਰੇ ਤੁਹਾਨੂੰ ਪਤਾ ਨਹੀਂ ਹੈ। ਉਹ ਸੰਸਾਰ ਦੇ ਵਿੱਚ ਕਿਤੇ ਵੀ ਨਹੀਂ ਮਿਲ ਸਕਦਾ। ਪਰ ਸਮਝਦਾਰ ਤੇ ਉਹਨਾਂ ਨੂੰ ਪਾਗਲ ਕਹਿੰਦੇ ਹਨ। ਤੇ ਸਮਝਦਾਰਾਂ ਤੇ ਕੰਮ ਤੇ ਨਹੀਂ ਹੈ। ਤੇ ਗੁਰੂ ਦੁਆਰ 'ਤੇ ਜਾ ਕੇ ਸਮਝ ਨੂੰ ਛੱਡ ਦਿੰਦਾ ਹੈ ਜਿਹੜਾ, ਉਹ ਕਬੂਲ ਹੋ ਜਾਂਦਾ ਹੈ। ਪੰਜਾਂ ਪਿਆਰਿਆਂ ਨੇ ਪਹਿਲਾਂ ਤੇ ਬਾਹਰ ਦਾ ਛੱਡਿਆ ਸਭ ਕੁਛ, ਫਿਰ ਸਮਝ ਛੱਡੀ। ਸਮਝ ਦੇ ਨਾਲ ਫਿਰ ਵਿਚਾਰ ਵੀ ਛੁੱਟ ਗਏ, ਸ਼ਬਦ ਵੀ ਛੁੱਟ ਗਏ। ਉਹ ਵਿਚਾਰ ਥੋੜ੍ਹੀ ਕਰ ਰਹੇ ਸਨ। ਜਦੋਂ ਗੁਰੂ ਦੇ ਸਨਮੁਖ ਜਾ ਕੇ ਖੜ੍ਹੇ ਸਨ, ਮੌਤ ਆ ਰਹੀ ਹੈ, ਮੌਤ ਦੇ ਸਮੇਂ ਆਦਮੀ ਸੋਚਦਾ ਥੋੜ੍ਹੀ, ਉਹ ਤਾਂ ਸਮਰਪਿਤ ਕਰ ਹੀ ਦਿੱਤੇ। ਵਿਚਾਰ ਵੀ ਸਮਰਪਿਤ ਹੋ ਗਏ,
ਸੋਚ ਵੀ ਸਮਰਪਿਤ ਹੋਊਗੀ। ਭਵਿੱਖ ਬਾਰੇ ਸੋਚ ਥੋੜ੍ਹੀ ਰਹਿ ਕੀ ਹੋਣਾ, ਪਤਾ ਹੀ ਨਹੀਂ। ਇੱਕਦਮ ਠਟਕ ਗਏ ਹੋਣਗੇ, ਅਵਾਕ ਰਹਿ ਗਏ, ਸਮਾਧੀ ਲੱਗ ਗਈ, ਸਮਾਧਾਨ ਮਿਲ ਗਿਆ, ਸਮੱਸਿਆਵਾਂ ਜਾਂਦੀਆਂ ਲੱਗੀਆਂ। ਗੁਰ ਕਿਰਪਾ ਹੋ ਗਈ, ਗੁਰੂ ਦੀ ਬਖਸ਼ਿਸ਼ ਹੋ ਗਈ ਉਹਨਾਂ 'ਤੇ ਛੱਡਿਆ ਫਿਰ ਵੀ ਕੁਝ ਨਹੀਂ, ਰਹਿ ਤੇ ਫਿਰ ਵੀ ਸੰਸਾਰ 'ਚ ਹੀ ਹਨ। ਅਤੇ ਗੁਰੂ ਦੇ ਦਵਾਰ ਤੱਕ ਲੈ ਕੇ ਜਾਂਦੀ ਹੈ ਬੁੱਧੀ ਸਮਝ, ਅਤੇ ਸਮਝ ਦੁਬਾਰਾ ਸਮਝ ਨੂੰ ਹੀ ਛੱਡਣਾ ਹੈ। ਸਮਝ ਦਾ ਭਾਵ ਇਹ ਹੁੰਦਾ ਹੈ ਜਿਹੜੀ ਗੱਲ ਨੂੰ ਤੁਸੀਂ ਸਮਝ ਲਵੋ ਉਹਨੂੰ ਜੀਵਨ ਦਾ ਅੰਗ ਬਣਾ ਲੈਂਦੀ ਹੈ ਸਮਝ, ਅਗਰ ਵਾਸਤਵਿਕ ਦੇ ਵਿੱਚ ਹੈ ਤਾਂ। ਸਮਝਦਾਰ ਉਹ ਹੀ ਹੈ ਜਿਹੜਾ ਨਾਲੋਂ ਨਾਲ ਸਮਝ ਨੂੰ ਛੱਡਦਾ ਰਹਿੰਦਾ। ਜਿਹੜੀ ਗੱਲ ਸਮਝ ਲਈ ਉਹ ਜੀਵਨ ਦਾ ਅੰਗ ਬਣ ਗਈ ਅਤੇ ਸਮਝ ਨੂੰ ਛੱਡ ਦਿੱਤਾ, ਫਿਰ ਕੀ ਲੋੜ ਹੈ ਵਾਰ-ਵਾਰ ਵਿਚਾਰ ਕਰਨ, ਸੋਚਣ। ਅਤੇ ਸਮਝ ਦੁਆਰਾ ਸਮਝ ਨੂੰ ਛੱਡਣਾ ਹੀ ਸਮਝਦਾਰੀ ਵਾਸਤਵਿਕ ਦੇ ਵਿੱਚ ਹੈ, ਉਹ ਹੀ ਸਮਝਦਾਰ ਹੈ। ਅਤੇ ਪ੍ਰੇਮ ਦੇ ਮਾਰਗ 'ਤੇ ਬਿਲਕੁਲ ਹੀ ਛੱਡਣੀ ਪੈਂਦੀ ਹੈ। ਹਾਂ, ਧਿਆਨ ਦੇ ਮਾਰਗ ਦੇ ਵਿੱਚ ਸਮਝ ਕੰਮ ਆਉਂਦੀ ਹੈ ਉਹਨਾਂ ਚਿਰ ਜਿੰਨਾ ਚਿਰ ਧਿਆਨ ਬਾਹਰੋਂ ਨਹੀਂ ਹਟਦਾ ਹੈ। ਇਹ ਵੀ ਗੱਲ ਖਿਆਲ ਵਿੱਚ ਰੱਖਣੀ। ਮੈਂ ਕਿਹਾ ਹੈ ਨਾ, ਧਿਆਨ ਦੁਆਰਾ ਧਿਆਨ ਛੱਡਣਾ ਹੈ। ਅਤੇ ਜਿਹੜਾ ਧਿਆਨ ਦੇ ਮਾਰਗ 'ਤੇ ਹੈ ਨਾ, ਉਹ ਫਿਰ ਬਾਹਰੋਂ ਧਿਆਨ ਨੂੰ ਹਟਾਉਂਦਾ ਰਹਿੰਦਾ, ਹਟਾਉਂਦਾ ਰਹਿੰਦਾ, ਹਟਾਉਂਦਾ ਰਹਿੰਦਾ। ਧਿਆਨ ਅੰਦਰ ਲਾਉਂਦਾ ਰਹਿੰਦਾ, ਅੰਦਰ ਲਾਉਂਦਾ ਰਹਿੰਦਾ, ਬਾਹਰੋਂ ਹਟਾਉਂਦਾ। ਅਤੇ ਧਿਆਨ ਦੁਆਰਾ ਧਿਆਨ ਛੁੱਟਦਾ ਹੈ। ਪਰ ਜਿਹੜਾ ਛੱਡਣ ਵਾਲਾ ਹੈ ਨਾ, ਉਹ ਫਿਰ ਬਚ ਜਾਂਦਾ ਹੈ। ਜਿਵੇਂ ਮੈਂ ਪਿੱਛੇ ਕਿਹਾ ਹੈ ਨਾ, ਵੀ ਉਹ ਜਿਹੜਾ ਛੱਡਣ ਵਾਲਾ ਹੈ ਉਹਨੂੰ ਤੁਸੀਂ ਮਨ ਕਹਿ ਲਓ, ਅਹੰ ਭਾਵ ਕਹਿ ਲਓ, ਮੈਂ ਕਹਿ ਲਓ, ਕਿਉਂਕਿ ਉਹਨੂੰ ਵੀ ਅਗਰ ਛੱਡੋਗੇ ਤੁਸੀਂ ਤਾਂ ਫਿਰ ਪਿੱਛੇ ਛੱਡਣ ਵਾਲਾ ਬਚ ਜਾਂਦਾ ਹੈ। ਅਤੇ ਪਹਿਲਾਂ ਤਾਂ ਗੁਰੂ ਦੀ ਘੱਟ ਲੋੜ ਪੈਂਦੀ ਹੈ, ਪਰ ਆਖਰੀ ਦੇ ਵਿੱਚ ਜ਼ਿਆਦਾ ਲੋੜ